जो हालात बादल परिवार ने पैदा करते ਉਹਦੇ ਨਾਲ ਸਿਆਸੀ ਅਗਵਾਈ ਜਿਹੜੀ ਆ ਉਹ ਧਰਮ ਨੂੰ ਚਲਾ ਰਹੀ ਹੈ ਜਿਹਦੇ ਕਰਕੇ ਬਹੁਤ ਵੱਡੀਆਂ ਗਲਤੀਆਂ ਹੋਈਆਂ। ਨਾ ਤਾਂ ਬਾਦਲ ਪਰਿਵਾਰ ਨੂੰ ਇਲੈਕਸ਼ਨ ਵਾਸਤੇ ਕਿਤੇ ਪ੍ਰੋਗਰਾਮਾਂ ਤੇ ਲੈ ਕੇ ਜਾ ਰਹੇ ਨੇ, ਨਾ ਹੀ ਉਹਨਾਂ ਦੀਆਂ ਫੋਟੋਆਂ ਲਾਉਣ ਤੋਂ ਵੀ ਗਰੇਜ ਕਰ ਰਹੇ ਨੇ, ਉਹਨਾਂ ਦਾ ਨਾਂ ਲੈਣ ਤੋਂ ਵੀ ਗਰੇਜ ਕਰ ਰਹੇ ਨੇ। ਜੇ ਤੁਸੀਂ ਆਪਦੀ ਇਲੈਕਸ਼ਨ ਲੜਨੀ ਹੈ ਤਾਂ ਆਪ ਪੈਸਾ ਲਾਓ, ਗੁਰੂ ਘਰ ਦੇ ਪੈਸੇ ਲਾਉਣ ਦਾ ਕੀ ਮਤਲਬ। ਜਿਹੜੀ ਬੇਲ ਇਕੱਠੀ ਹੋਣੀ ਚਾਹੀਦੀ ਸੀ ਸਾਰਿਆਂ ਦੀ, ਇੱਕੋ ਹੀ ਗਰਾਊਂਡ ਹੈ, ਉਹ ਜਾਣ ਬੁੱਝ ਕੇ ਉਹਨਾਂ ਨੇ ਹੌਲੀ ਕਰਵਾਈ ਹੈ ਵੀ ਰੋਜ਼ ਅਸੀਂ ਇੱਕ ਹਾਈਲਾਈਟ ਕਰੀਏ। ਜਿਸ ਤਰੀਕੇ ਦੀ ਕਾਂਗਰਸ ਦੇ ਵਿੱਚ ਉਹਨਾਂ ਨਾਲ ਬਦਸਲੂਕੀ ਹੋਈ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਵਿਵਹਾਰ ਰਿਹਾ ਹੈ, ਉਹਦੇ ਨਾਲ ਜੇ ਕੋਈ ਹੋਰ ਵਿਅਕਤੀ ਹੁੰਦਾ ਸ਼ਾਇਦ ਉਹ ਬੇਇੱਜ਼ਤੀ ਕਰਾ ਕੇ ਸ਼ਾਇਦ ਉਸ ਪਾਰਟੀ ਦੇ ਵਿੱਚ ਨਾ ਰਹਿੰਦਾ। ਤੁਹਾਡੇ ਵੱਲੋਂ, ਤੁਹਾਡੀ ਧਿਰ ਵੱਲੋਂ ਸਿੱਧੂ ਲਈ ਕੋਈ ਆਫਰ ਹੈ? ਹਮ ਖਿਆਲੀਆਂ ਦੇ ਕਦੇ ਆਪਸ ਦਰਵਾਜ਼ੇ ਬੰਦ ਨਹੀਂ ਹੁੰਦੇ। ਤੋ ਇਹਨਾਂ ਦੀ ਹੁਣ ਤਾਂ 10 ਸਾਲ ਬਾਅਦ ਸਰਕਾਰ ਬਣੀ ਹੈ, ਤੇ ਜੇ 50 ਸਾਲ ਵੀ ਸਰਕਾਰ ਇਹਨਾਂ ਦੀ ਇਦੋਂ ਬਾਅਦ ਬਣ ਜੇ ਤਾਂ ਮੈਨੂੰ ਕਹਿ ਦਿਓ। ਇਹਦਾ ਅਗਲਾ ਸਟੈਪ ਤਾਂ ਇਹ ਹੋਊਗਾ ਵੀ ਇਹਨਾਂ ਨੇ ਇਲੈਕਸ਼ਨਾਂ ਬੰਦ ਕਰ ਦੇਣੀਆਂ ਵੀ ਹੁਣ ਤਾਂ ਸਾਡਾ ਅਸੀਂ ਰਾਜ ਕਰਾਂਗੇ। ਦਿੱਲੀ ਚਾਹੇ ਸਿਆਸਤ ਹੋਵੇ ਤਾਂ ਵੀ ਪੰਜਾਬ ਨੂੰ ਪ੍ਰਭਾਵਿਤ ਕਰਦੀ ਹੈ, ਤੇ ਗੱਲ ਪੰਥਕ ਦੀ ਸਿਆਸਤ ਦੀ ਹੋਵੇ ਤਾਂ ਵੀ ਪੰਜਾਬ ਨੂੰ ਪ੍ਰਭਾਵਿਤ ਕਰਦੀ ਹੈ। ਇਹ ਜ਼ਿਕਰ ਇਸ ਕਰਕੇ ਕੀਤਾ ਜਾ ਰਿਹਾ ਕਿ ਪੰਜਾਬ ਦੀ ਸਿਆਸਤ ਦਿੱਲੀ ਦਾ ਕਰਕੇ ਇਸ ਵੇਲੇ ਬੜੇ ਪਲਸੇਟੇ ਮਾਰਦੀ ਪਈ ਹੈ, ਕਿਉਂਕਿ ਚਾਹੇ ਕਿਸਾਨੀ ਮੁੱਦਾ ਹੋਵੇ, ਚਾਹੇ 2022 ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ, ਤੇ ਇਸ ਸਭ ਦੇ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਇਸ ਵੇਲੇ ਜਿਹੜੀ ਕਸ਼ਮਕਸ਼ ਚੱਲਦੀ ਹੈ, ਉਹ ਸਥਿਤੀਆਂ ਕਈ ਤਰੀਕੇ ਦੇ ਸੁਨੇਹੇ ਦਿੰਦੀਆਂ ਪਈਆਂ ਨੇ। ਪੰਥਕ ਸਿਆਸਤ ਦੇ ਵਿੱਚ ਇੱਕ ਚਿਹਰਾ ਆ ਪਰਮਿੰਦਰ ਸਿੰਘ ਢੀਂਡਸਾ, ਜਿਹੜੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਢੀਂਡਸਾ ਸਾਹਿਬ, ਦਿੱਲੀ ਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਨੂੰ ਲੈ ਕੇ ਇਸ ਵੇਲੇ ਬੜੀਆਂ ਚੀਜ਼ਾਂ ਪੈਰਲਲ ਚੱਲਦੀਆਂ ਪਈਆਂ ਨੇ। ਤੁਹਾਡੇ ਪਿਤਾ ਸ਼੍ਰੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਵੀ ਦਿੱਲੀ ਦੀਆਂ ਚੋਣਾਂ ਦੇ ਵਿੱਚ ਉੱਥੇ ਜਿਹੜਾ ਆ ਉਹ ਆਪਣੀ ਧਿਰ ਕਾਇਮ ਕੀਤੀ ਆ, ਕੁਝ ਧਿਰਾਂ ਨੂੰ ਨੇੜੇ ਲੈ ਕੇ ਆਂਦਾ ਆ, ਗੱਠਜੋੜ ਬਣਾਇਆ ਆ। ਉਸ ਸਭ ਦੇ ਦਰਮਿਆਨ ਇੱਕ ਨੁਕਤਾ ਨਿਕਲ ਕੇ ਆਇਆ। ਐਚ.ਐਸ. ਫੂਲਕਾ ਹੋਰਾਂ ਨੇ ਇੱਕ ਕੇਸ ਦੀ ਸੁਣਵਾਈ ਦੇ ਦੌਰਾਨ ਜਿਹੜੇ ਨੁਕਤੇ ਸਾਹਮਣੇ ਰੱਖਿਆ ਕਿ ਅਕਾਲੀ ਦਲ ਬਾਦਲ ਉਹਦੀ ਧਾਰਮਿਕ ਪਾਰਟੀ ਦੇ ਤੌਰ ਤੇ ਮਾਨਿਅਤਾ ਜਿਹੜੀ ਆ ਉੱਥੇ ਉਹਨੂੰ ਰੱਦ ਕਰਨ ਦੀ ਗੱਲ ਚੱਲੀ ਹੈ ਕਿ ਜੇ ਉਹ ਧਾਰਮਿਕ ਪਾਰਟੀ ਦੇ ਤੌਰ ਤੇ ਰਜਿਸਟਰ ਕਰੇਗੀ ਫਿਰ ਚੋਣਾਂ ਲੜ ਪਾਏਗੀ, ਜੇ ਨਹੀਂ ਕਰਦੀ ਤੇ ਫਿਰ ਚੋਣਾਂ ਨਹੀਂ ਲੜ ਪਾਏਗੀ। ਇਹਦੇ ਮਾਇਨੇ ਕਿਵੇਂ ਲੈਂਦੇ ਹੋ ਤੁਸੀਂ? ਦੇਖੋ, ਇਹ ਤਾਂ ਲੀਗਲ ਇਸ਼ੂ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਤੱਕ ਜਿਹੜੀ ਸੋਚ ਰਹੀ ਹੈ ਉਹ ਮੀਰੀ ਪੀਰੀ ਦੀ ਸੋਚ ਧਰਮ ਤੇ ਸਿਆਸਤ ਨਾਲ ਚੱਲਦੀ ਹੈ। ਉਹ ਤੇ ਲੈ ਕੇ ਜਿਹੜਾ ਅਕਾਲੀ ਦਲ ਦਾ ਰਿਹਾ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦਾ ਵੀ ਬਿਲਕੁਲ ਇਹੀ ਸਿਧਾਂਤ ਹੈ। ਬਾਕੀ ਹਰ ਸੂਬੇ ਦੀਆਂ ਆਪਦੇ ਕਾਨੂੰਨ ਨੇ, ਆਪਦੇ ਉਹਨਾਂ ਦੇ ਕਨਸਟੀਟਿਊਸ਼ਨ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦਾ ਅੱਡ ਪ੍ਰੋਸੈਸ ਹੈ। ਸੋ ਉਹ ਤਾਂ ਲੀਗਲ ਇਸ਼ੂ ਹੈ, ਉਹ ਕੋਰਟ ਨੇ ਡਿਸਾਈਡ ਕਰਨਾ ਹੈਗਾ। ਤੇ ਮੈਂ ਜਿਹੜਾ ਮਸਲਾ ਕੋਰਟ 'ਚ ਹੋਵੇ ਉਹ ਤੇ ਟਿੱਪਣੀ ਕਰਨੀ ਵੈਸੇ ਵੀ ਠੀਕ ਨਹੀਂ ਲੱਗਦੀ। ਨਹੀਂ, ਤੁਸੀਂ ਲੰਬਾ ਸਮਾਂ ਅਕਾਲੀ ਦਲ ਦੇ ਨਾਲ ਵੀ ਰਹੇ ਹੋ। ਉਸ ਸਭ ਦੇ ਦਰਮਿਆਨ ਜਦੋਂ ਪੰਥਕ ਸਿਆਸਤ ਦੀ ਗੱਲ ਕਰਦੇ ਤੇ ਜਦੋਂ ਅਸੀਂ ਆਮ ਸਿਆਸਤ ਦੀ ਗੱਲ ਕਰਦੇ, ਦੋਨਾਂ ਦੇ ਵਿੱਚ ਬੜੀ ਵਾਰੀ ਚਰਚਾ ਚੱਲੀ ਹੈ ਕਿ ਪੰਥ ਨੂੰ, ਧਾਰਮਿਕ ਸਿਆਸਤ ਨੂੰ ਥੋੜਾ ਜਿਹਾ ਅਲੱਗਾ ਰੱਖਿਆ ਜਾਵੇ, ਤੇ ਜਿਹੜੀ ਅਸੀਂ ਆ ਬਾਕੀ ਸਿਆਸਤ ਕਰਦੇ ਨੂੰ ਥੋੜਾ ਜਿਹਾ ਅਲੱਗਾ ਰੱਖਿਆ। ਮੀਰੀ ਪੀਰੀ ਦਾ ਸਿਧਾਂਤ ਵੀ ਇਹ ਕਹਿੰਦਾ ਕਿ ਜੇ ਧਰਮ ਦੀ ਗੱਲ ਕਰਨੀ, ਧਰਮ ਮੋਹਰੇ ਹੋਣਾ ਚਾਹੀਦਾ, ਸਿਆਸਤ ਪਿੱਛੇ ਹੋਣੀ ਚਾਹੀਦੀ ਆ। ਲੱਗਦਾ ਨਹੀਂ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ? ਸਥਿਤੀਆਂ ਥੋੜੀਆਂ ਜਿਹੀਆਂ ਸਪਸ਼ਟ ਹੋਣੀਆਂ ਚਾਹੀਦੀਆਂ ਸੀਗੀਆਂ ਕਿ ਧਾਰਮਿਕ ਚੋਣ ਕਿਸ ਤਰੀਕੇ ਨਾਲ ਲੜੀ ਜਾਣੀ ਹੈ ਤੇ ਸਿਆਸੀ ਚੋਣ ਕਿਵੇਂ ਲੜੀ ਜਾਣੀ। ਦੇਖੋ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਜਿਹੜੀ ਸਿਆਸਤ ਹੈ ਉਹ ਧਰਮ ਦੀ ਅਗਵਾਈ 'ਚ ਚੱਲਣੀ ਚਾਹੀਦੀ ਹੈ, ਪਰ ਦੁੱਖ ਨਾਲ ਇਹ ਹੋ ਗਿਆ ਵੀ ਹੁਣ ਜੋ ਹਾਲਾਤ ਬਾਦਲ ਪਰਿਵਾਰ ਨੇ ਪੈਦਾ ਕਰਤੇ ਉਹਦੇ ਨਾਲ ਸਿਆਸੀ ਅਗਵਾਈ ਜਿਹੜੀ ਆ ਉਹ ਧਰਮ ਨੂੰ ਚਲਾ ਰਹੀ ਹੈ, ਜਿਹਦੇ ਕਰਕੇ ਬਹੁਤ ਵੱਡੀਆਂ ਗਲਤੀਆਂ ਹੋਈਆਂ, ਬੱਜਰ ਗਲਤੀਆਂ ਹੋਈਆਂ। ਅਤੇ ਅੱਜ ਵੀ ਲਗਾਤਾਰ ਇਹ ਚਾਹੇ ਪ੍ਰਬੰਧ ਹੈ ਐਸਜੀਪੀਸੀ ਦਾ, ਦਿੱਲੀ ਗੁਰਦੁਆਰਾ ਕਮੇਟੀ ਦਾ, ਉਹਦੇ 'ਚ ਜੋ ਇਹ ਨਿਘਾਰ ਆਇਆ ਹੈ ਉਹਦਾ ਵੱਡਾ ਕਾਰਨ ਇਹੀ ਹੈ ਕਿ ਜਿਹੜੀ ਸਿਆਸਤ ਹੈ ਉਹ ਧਰਮ ਦੇ ਉੱਤੇ ਹਾਵੀ ਹੋ ਰਹੀ ਹੈ, ਹਾਲਾਂਕਿ ਹੋਣਾ ਉਲਟ ਚਾਹੀਦਾ ਸੀ। ਸੋ ਇਸ ਗੱਲ ਤੱਕ ਮੈਂ ਤੁਹਾਡੀ ਨਾਲ ਬਿਲਕੁਲ ਸਹਿਮਤ ਹਾਂ। ਤੇ ਜਿਹੜੀ ਦੂਜੀ ਗੱਲ ਹੈ ਵੀ ਉੱਥੇ ਹੁਣ ਕੀ ਹੋਣਾ ਹੈ, ਕੀ ਇਹਦੇ ਅੱਗੇ ਭਵਿੱਖ ਦੇ ਕੀ ਸਮੀਕਰਨ ਬਣਨੇ ਨੇ, ਉਹਦਾ ਹਜੇ ਸਮਾਂ ਦੱਸੇਗਾ। ਪਹਿਲਾਂ ਜਦ ਕੋਰਟ ਦਾ ਕਲੀਅਰ ਕੱਟ ਇਹਦੇ ਬਾਰੇ ਫੈਸਲਾ ਆਏਗਾ, ਉਸ ਤੋਂ ਬਾਅਦ ਹੀ ਪਤਾ ਚੱਲੇਗਾ ਵੀ ਕਿਸ ਤਰੀਕੇ ਨਾਲ। ਹਾਂ, ਸਾਡੀ ਇਹ ਕੋਸ਼ਿਸ਼ ਜ਼ਰੂਰ ਹੈ ਕਿ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ
ਜਿਹੜੀ ਹੈ ਸੋਚ, ਇੱਕ ਵਿਚਾਰਧਾਰਾ ਨੂੰ ਲੈ ਕੇ ਸਾਰੇ ਇਕੱਠੇ ਚੱਲਣ ਤੇ ਇੱਕ ਏਜੰਡਾ ਲੈ ਕੇ ਚੱਲਣ ਤੇ ਉਹ ਏਜੰਡੇ ਦੇ ਵਿੱਚ ਸਾਫ਼ ਸੁਥਰਾ ਪ੍ਰਬੰਧ, ਇਮਾਨਦਾਰ ਪ੍ਰਬੰਧ ਅਤੇ ਜਿਹੜੀਆਂ ਸਿੱਖ ਸਿਧਾਂਤਾਂ ਨੂੰ ਹਰ ਚੀਜ਼ ਦੇ ਵਿੱਚ ਪਹਿਲ ਦੇਣੀ ਤੇ ਅਕਾਲ ਤਖਤ ਸਾਹਿਬ ਦੀ ਅਗਵਾਈ ਕਬੂਲ ਕੇ ਚੱਲਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਸ ਏਜੰਡੇ ਦਾ ਮੁੱਖ ਹਿੱਸਾ ਹੋਣਗੀਆਂ। ਤੇ ਦੂਜੇ ਪਾਸੇ ਜੋ ਮੌਜੂਦਾ ਉੱਥੇ ਪ੍ਰਬੰਧ ਹੈ, ਉਹ ਤੁਸੀਂ ਹਾਲਾਤ ਇਹ ਦੇਖ ਲਓ ਕਿ ਉੱਥੇ ਜਿਹੜੀ ਇਲੈਕਸ਼ਨ ਦੇ ਵਾਸਤੇ ਜਾਂ ਵੋਟਾਂ ਮੰਗ ਰਿਹਾ ਹੈ ਬਾਦਲ ਦਲ, ਉਹਦੇ ਵਿੱਚ ਬਾਦਲ ਪਰਿਵਾਰ ਦਾ ਨਾਂ ਨਿਸ਼ਾਨ ਨਹੀਂ ਹੈ। ਨਾ ਤਾਂ ਬਾਦਲ ਪਰਿਵਾਰ ਨੂੰ ਇਲੈਕਸ਼ਨ ਵਾਸਤੇ ਕਿਤੇ ਪ੍ਰੋਗਰਾਮਾਂ ਤੇ ਲੈ ਕੇ ਜਾ ਰਹੇ ਨੇ, ਨਾ ਹੀ ਉਹਨਾਂ ਦੀਆਂ ਫੋਟੋਆਂ ਲਾਉਣ ਤੋਂ ਵੀ ਗਰੇਜ ਕਰ ਰਹੇ ਨੇ, ਉਹਨਾਂ ਦਾ ਨਾਂ ਲੈਣ ਤੋਂ ਵੀ ਗਰੇਜ ਕਰ ਰਹੇ ਨੇ। ਇਹ ਕਿੱਥੇ ਗਈ ਗੱਲ? ਸੋ ਇਹ ਅੱਜ ਜਿਹੜਾ ਹੈ ਪੰਥਕ ਵੋਟਰ ਹੈ ਜਿਹੜਾ ਬੜਾ ਸੁਚੇਤ ਹੈ, ਉਹਨਾਂ ਨੂੰ ਪਤਾ ਹੈ, ਸਾਰਾ ਕੁਝ ਜਾਣਦੇ ਨੇ ਤੇ ਇਹਦੇ ਜਿਹੜੇ ਨਤੀਜੇ ਨੇ ਉਹ ਜਦ ਚੋਣਾਂ ਆਉਣਗੀਆਂ ਸਾਰੇ ਲੋਕਾਂ ਦੇ ਸਾਹਮਣੇ ਆ ਜਾਣੇ। ਗੁਰਬਾਣੀ ਕਹਿੰਦੀ ਹੈ ਹਮ ਨਹੀਂ ਚੰਗੇ ਬੁਰਾ ਨਾ ਕੋਈ। ਤੇ ਇਹ ਜਦੋਂ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਗੱਲ ਕਰਦੇ ਹਾਂ, ਗੁਰਦੁਆਰਿਆਂ ਦੀ ਸਾਂਭ ਸੰਭਾਲ, ਪੰਥਕ ਲਹਿਰ ਨੂੰ ਅੱਗੇ ਤੋਰਨਾ, ਧਰਮ ਦਾ ਪ੍ਰਚਾਰ ਪ੍ਰਸਾਰ, ਇਹ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਅਸੀਂ ਦੇਖਦੇ ਹਾਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਚੋਣਾਂ ਹੋਣ, ਚਾਹੇ ਦਿੱਲੀ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ, ਜਿੰਨੀਆਂ ਧਿਰਾਂ ਆ ਇੱਕ ਦੂਜੇ ਦੇ ਉੱਤੇ ਕੋਈ ਨਾ ਕੋਈ ਇਲਜ਼ਾਮ ਤਰਾਸ਼ੀ ਜਿਹੜੀਆਂ ਉਹ ਕਰਦੀਆਂ ਨੇ। ਹੁਣ ਦਿੱਲੀ ਦੇ ਵਿੱਚ ਵੀ ਇਸ ਸਮੇਂ ਤੁਸੀਂ ਕਹਿੰਦੇ ਕਿ ਸਾਰੀਆਂ ਪੰਥਕ ਧਿਰਾਂ ਨੂੰ ਜਿਹੜੀ ਇੱਕ ਸੋਚਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਆ। ਭਾਈ ਬਲਦੇਵ ਸਿੰਘ ਵਡਾਲਾ ਹੋਰੀ ਤਾਂ ਤੁਹਾਡੀ ਧਿਰ ਦੇ ਉੱਤੇ ਵੀ ਉਂਗਲ ਚੱਕ ਦਿੰਦੇ ਆ ਕਿ ਉਹ ਵੀ ਇਹਨਾਂ ਦੇ ਨਾਲ ਰਲੇ ਮਿਲੇ ਆ। ਦੇਖੋ ਅਸੀਂ ਤਾਂ, ਮੇਰੀ ਗੱਲ ਸੁਣੋ, ਸਾਡੀ ਧਿਰ ਤੇ ਕੋਈ ਐਸੀ ਗੱਲ ਨਹੀਂ ਹੈ। ਇਹ ਤਾਂ ਜਿੱਥੋਂ ਤੱਕ ਬਲਦੇਵ ਸਿੰਘ ਵਡਾਲਾ ਜੀ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਜਿਹੜੀ ਗੱਲਾਂ ਦੀ ਹੈ ਉਹ ਤਾਂ ਲੋਕਾਂ ਦੇ ਸਾਹਮਣੇ ਨੇ। ਸਾਡੇ ਜਿਹੜੀ ਹੈ ਜੋ ਅਸੀਂ ਕਰ ਰਹੇ ਹਾਂ, ਅਸੀਂ ਤਾਂ ਇੱਕ ਕਾਮਨ ਏਜੰਡਾ ਲੈ ਕੇ ਉਹ ਚੱਲ ਰਹੇ ਹਾਂ ਤੇ ਉਸ ਏਜੰਡੇ ਨੂੰ ਅਸੀਂ ਪੂਰਾ ਇਨ ਬਿਨ ਉਹਦੇ ਵਿੱਚ ਲਾਗੂ ਕਰਾਂਗੇ। ਹੋ ਸਕਦਾ ਹੈ ਜਿਹੜੇ ਕੋਈ ਸਾਡੇ ਨਾਲ ਸਾਥੀ ਨੇ ਉਹਨਾਂ 'ਚ ਕੁਛ ਪਿਛਲੇ ਸਮੇਂ 'ਚ ਕਿਸੇ ਚੂਣਤਾਈਆਂ ਕੋਈ ਰਹੀਆਂ ਹੋਣ, ਕੋਈ ਕਮੀਆਂ ਰਹੀਆਂ ਹੋਣ, ਉਹਨਾਂ ਨੂੰ ਵੀ ਅਸੀਂ ਬਿਲਕੁਲ ਉਹਦੇ 'ਚ ਸੁਧਾਰਾਂਗੇ। ਅਸੀਂ ਜਿਹੜੀਆਂ ਗੱਲ ਤੇ ਅੱਜ ਲੋਕਾਂ ਨੂੰ ਵਿਸ਼ਵਾਸ ਦਿਵਾਵਾਂਗੇ ਉਹਦੇ ਤੇ ਇਨ ਬਿਨ ਪੂਰੇ ਉਤਰਾਂਗੇ। ਉਹ ਤਾਂ ਅੱਜ ਤੱਕ ਵੀ ਤੁਸੀਂ ਦੇਖੋ, ਹੁਣ ਵੀ ਗੁਰੂ ਘਰ ਦਾ ਜਿਹੜਾ ਪੈਸਾ ਹੈ ਉਹ ਮੀਡੀਆ ਪ੍ਰਮੋਸ਼ਨ ਵਾਸਤੇ ਲੱਖਾਂ ਰੁਪਈਆ ਆਪਦੇ ਆਪ ਨੂੰ ਪ੍ਰਧਾਨ ਨੂੰ ਪ੍ਰਮੋਟ ਕਰਨ ਲਈ, ਉੱਥੋਂ ਦੀ ਜਿਹੜੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਲਈ ਮਤਲਬ ਪੈਸਾ ਲਾ ਰਹੇ ਨੇ। ਹਾਂ, ਜੇ ਤੁਸੀਂ ਆਪਦੀ ਇਲੈਕਸ਼ਨ ਲੜਨੀ ਹੈ ਤਾਂ ਆਪ ਪੈਸਾ ਲਾਓ। ਗੁਰੂ ਘਰ ਦੇ ਪੈਸੇ ਲਾਉਣ ਦਾ ਕੀ ਮਤਲਬ ਹੈ? ਤੁਸੀਂ ਆਪਦੇ ਪ੍ਰਚਾਰ ਵਾਸਤੇ ਵਰਤ ਰਹੇ ਹੋ। ਸੋ ਇਹ ਗੱਲਾਂ ਨੇ ਬਹੁਤ ਜਿਹੜੀਆਂ ਅੱਜ ਵੀ ਜੋ ਮਿਸਯੂਜ਼ ਉੱਥੇ ਫੰਡਸ ਹੋ ਰਹੇ ਨੇ। ਤੇ ਤੁਸੀਂ ਦੇਖੋ ਉੱਥੋਂ ਦੇ ਜਿਹੜੇ ਟੀਚਰ ਨੇ, ਅਧਿਆਪਕ ਨੇ, ਉਹਨਾਂ ਨੂੰ ਕਈ ਸਾਲ ਤੋਂ ਪੈਸਾ ਨਹੀਂ ਮਿਲਿਆ, ਉਹ ਧਰਨੇ ਤੇ ਬੈਠੇ ਨੇ। ਸੋ ਮੈਂ ਉਸ 'ਚ ਨਹੀਂ ਜਾਣਾ ਚਾਹੁੰਦਾ। ਸਾਡਾ ਸਿਰਫ ਮੇਨ ਜਿਹੜੀ ਹੋਏਗੀ ਉਹ ਚੰਗਾ ਪ੍ਰਬੰਧ, ਸਾਫ਼ ਸੁਥਰਾ ਪ੍ਰਬੰਧ ਜਿਹੜਾ ਉੱਥੇ ਲੈ ਕੇ ਆਈਏ। ਕਿਸਾਨੀ ਅੰਦੋਲਨ ਜਿੱਥੇ ਵਿਧਾਨ ਸਭਾ ਜਾਂ ਬਾਕੀ ਚੋਣਾਂ ਦੇ ਉੱਤੇ ਅਸਰ ਪਾਏਗਾ, ਇੰਜ ਲੱਗਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਉੱਤੇ ਵੀ ਪ੍ਰਭਾਵ ਪਾ ਸਕਦਾ ਹੈ। ਔਰ ਉਹ ਸਭ ਦੇ ਦਰਮਿਆਨ ਮਨਜਿੰਦਰ ਸਿੰਘ ਸਿਰਸਾ ਜਿਸ ਤਰੀਕੇ ਨਾਲ ਜਿਹੜੇ ਗ੍ਰਿਫਤਾਰ ਹੋਏ ਨੇ 26 ਜਨਵਰੀ ਤੋਂ ਬਾਅਦ, ਉਹਨਾਂ ਨੂੰ ਜਿੱਦਾਂ ਇੱਕ ਇੱਕ ਕਰਕੇ ਬਾਹਰ ਲਿਆ ਰਿਹਾ, ਬਕਾਇਦਾ ਜਦੋਂ ਵੀ ਕੋਈ ਤਿਹਾੜ ਜੇਲ੍ਹ ਚੋਂ ਬਾਹਰ ਆਉਂਦਾ ਉਹਨਾਂ ਦੇ ਨਾਲ ਖੜੇ ਨਜ਼ਰ ਆਉਂਦੇ ਆ, ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ। ਰਣਜੀਤ ਸਿੰਘ ਹੋਰਾਂ ਨੂੰ ਤਾਂ ਆਪ ਇੱਥੇ ਛੱਡ ਕੇ ਗਿਆ, ਬਿਕਰਮ ਮਜੀਠੀਆ ਹੋਰੀ ਬਕਾਇਦਾ ਗੱਡੀ ਦੇ ਡਰਾਈਵਰ ਬਣੇ ਹੋਏ ਸੀਗੇ ਜਿਹਦੇ ਵਿੱਚ ਰਣਜੀਤ ਸਿੰਘ ਹੋਰਾਂ ਨੂੰ ਲਿਆਂਦਾ ਗਿਆ। ਲੱਗਦਾ ਕਿ ਇਹਦਾ ਕੋਈ ਨਫਾ ਉੱਥੇ ਉਹਨਾਂ ਨੂੰ ਮਿਲ ਪਾਏਗਾ? ਦੇਖੋ, ਨਫਾ ਨੁਕਸਾਨ ਦਾ ਤਾਂ ਸਮਾਂ ਦੱਸੇਗਾ, ਪਰ ਇੱਕ ਗੱਲ ਹੈ ਵੀ ਇਹ ਜੋ ਸਾਰਾ ਮਨਜਿੰਦਰ ਸਿੰਘ ਸਿਰਸਾ ਕ੍ਰੈਡਿਟ ਲੈ ਰਿਹਾ, ਇਹ ਸਾਰਾ ਕੁਝ ਜੋ ਕਿਸਾਨ ਸੰਘਰਸ਼ ਕਮੇਟੀ ਹੈ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਜੋ ਵੀ ਕਿਸਾਨਾਂ ਦੇ ਮਸਲੇ ਸੀ, ਉੱਥੇ ਹੋਰ ਬਹੁਤ ਵਕੀਲ ਸੀ ਜਿਹੜੇ ਲੜਨਾ ਚਾਹੁੰਦੇ ਸੀ ਕੇਸ, ਪਰ ਕਿਸਾਨ ਸੰਘਰਸ਼ ਕਮੇਟੀ ਨੇ ਕਿਹਾ ਵੀ ਸਾਡੇ ਸਾਰੇ ਕੇਸ ਜਿਹੜੇ ਨੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇ। ਸੋ ਉਹਦੇ ਵਿੱਚ ਜੇ ਮੈਂ ਕਹਾਂ ਵੀ ਮਨਜਿੰਦਰ ਸਿੰਘ ਸਿਰਸਾ ਕਰੇ ਮੈਂ ਕਰਵਾਇਆ, ਨਹੀਂ, ਇਹਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਡਾਇਰੈਕਸ਼ਨ ਦੇ ਉੱਤੇ ਇਹ ਹੋਇਆ। ਤੇ ਪਰ ਇੱਕ ਗੱਲ ਮੈਨੂੰ ਹੁੰਦਾ ਵੀ ਜਿਹੜੀ ਬੇਲ ਇਕੱਠੀ ਹੋਣੀ ਚਾਹੀਦੀ ਸੀ ਸਾਰਿਆਂ ਦੀ, ਇੱਕੋ ਹੀ ਗਰਾਊਂਡ ਹੈ, ਉਹ ਜਾਣ ਬੁੱਝ ਕੇ ਉਹਨਾਂ ਨੇ ਹੌਲੀ ਹੌਲੀ ਕਰਵਾਈ ਹੈ ਵੀ ਰੋਜ਼ ਅਸੀਂ ਇੱਕ ਹਾਈਲਾਈਟ ਕਰੀਏ। ਮਹੀਨਾ ਹੋ ਗਿਆ, ਕਿਸੇ ਦੀ ਤਾਂ ਮਹੀਨਾ ਪਹਿਲਾਂ ਹੋ ਗਈ, ਕਿਸੇ ਦੀ ਮਹੀਨਾ ਬਾਅਦ ਹੋ ਰਹੀ ਹੈ। ਉਹ ਸਾਰੀ ਜਿਹੜੀ ਸਿਰਫ ਇੱਕ ਇਲੈਕਸ਼ਨ ਕੈਂਪੇਨ ਦੇ ਤੌਰ ਤੇ ਉਹਨੂੰ ਵਰਤਿਆ ਗਿਆ। ਪਰ ਫਿਰ ਵੀ ਮੈਂ ਇਸ ਗੱਲ ਦੀ ਵੀ ਉਹ ਕਰਦਾ, ਇਹ ਇੱਕ ਡਿਊਟੀ ਵੀ ਸੀ,
ਤੇ ਚੰਗਾ ਕਾਰਜ ਵੀ ਕੀਤਾ। ਦੇਖੋ ਚੰਗੇ ਕਾਰਜ ਨੂੰ ਚੰਗਾ ਹੀ ਕਹਿਣਾ ਪਊਗਾ, ਅਸੀਂ ਕਹਿ ਦਈਏ ਵੀ ਉਹਨਾਂ ਨੇ ਮਾੜਾ ਕੀਤਾ, ਨਹੀਂ, ਚੰਗਾ ਕਾਰਜ ਕੀਤਾ। ਬੱਚਿਆਂ ਨੂੰ ਜਿਹੜੇ ਸਾਡੇ ਨੌਜਵਾਨ ਨੂੰ ਰਿਹਾਈ ਕਰਵਾਈ ਹੈ। ਪਰ ਇਹਦੇ ਨਾਲ ਨਾਲ ਹੋਰ ਬਹੁਤ ਮੁੱਦੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਨ੍ਹਾਂ ਨੂੰ ਜਿਹੜਾ ਹੈ ਮੁੱਖ ਰੱਖ ਕੇ ਲੋਕ ਉੱਥੇ ਵੋਟਾਂ ਪਾਉਣਗੇ। ਉੱਥੋਂ ਦਾ ਪ੍ਰਬੰਧ, ਉੱਥੋਂ ਦੀਆਂ ਹੋਰ ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਕੀ ਚੱਲ ਰਿਹਾ, ਸਾਰਾ ਕੁਝ ਮੁੱਦੇ ਹੋਣਗੇ। ਤੁਹਾਡੇ ਕਹਿਣ ਮੁਤਾਬਕ ਇੱਕ ਕੰਪੇਨ ਦੇ ਤੌਰ ਤੇ ਜਿਹੜਾ ਆ ਉਹ ਸਿਰਸਾ ਸਾਹਿਬ ਇਸ ਚੀਜ਼ ਨੂੰ ਚਲਾ ਰਹੇ ਨੇ, ਜਿਹੜੀਆਂ ਰਿਹਾਈਆਂ ਹੋ ਰਹੀਆਂ ਨੇ, ਜ਼ਮਾਨਤਾਂ ਮਿਲ ਰਹੀਆਂ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇਸ ਵੇਲੇ ਤਾਂ ਹਰ ਧਿਰ ਸਿਆਸੀ ਜਿਹੜੀ ਹੈਗੀ ਆ ਉਹ ਕਿਸਾਨ ਅੰਦੋਲਨ ਨੂੰ ਆਪਣੀ ਕੰਪੇਨ ਦੇ ਤੌਰ ਤੇ ਹੀ ਵਰਤ ਰਹੀ ਹੈ? ਸਿਰਫ ਭਾਰਤੀ ਜਨਤਾ ਪਾਰਟੀ ਦਾ ਰੁਖ ਵੱਖਰਾ ਹੋ ਸਕਦਾ, ਬਾਕੀ ਮੇਰਾ ਖਿਆਲ ਹੈ ਕਿ ਪੰਜਾਬ ਦੀ ਕਿਸੇ ਵੀ ਪਾਰਟੀ ਜਾਂ ਕਿਸੇ ਹੋਰ ਸੂਬੇ ਦੀ ਕਿਸੇ ਵੀ ਪਾਰਟੀ ਦਾ ਜਿਹੜਾ ਆ ਉਹ ਮਨੋਰਥ ਇਹੀ ਹੈ ਕਿ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਨਾ ਕੋਈ ਨਫਾ ਜਿਹੜਾ ਉਹ ਲਿਆ ਜਾਵੇ। ਤੁਹਾਡੀ ਪਾਰਟੀ ਇਹਦੇ ਬਾਰੇ ਕਿੱਦਾਂ ਦੇ ਜਿਹੜੇ ਵਿਚਾਰ ਆ? ਮੇਰਾ ਮੰਨਣਾ ਬਿਲਕੁਲ ਇੱਕ ਸਪਸ਼ਟ ਹੈ ਵੀ ਕਿਸੇ ਵੀ ਸਿਆਸੀ ਧਿਰ ਨੂੰ ਇਸ ਸੰਘਰਸ਼ ਦੇ ਵਿੱਚੋਂ ਕੋਈ ਸਿਆਸੀ ਲਾਭ ਨਹੀਂ ਮਿਲ ਸਕਦਾ, ਕਿਉਂਕਿ ਇਹ ਕਿਸਾਨਾਂ ਦੀ ਲੜਾਈ ਹੈ। ਇਹ ਕਿਸੇ ਸਿਆਸੀ ਪਾਰਟੀ ਦੀ, ਕਿਹੜੀ ਸਿਆਸੀ ਪਾਰਟੀ ਕਹਿ ਸਕਦੀ ਹੈ ਜੀ ਮੈਂ ਇਹਦੇ ਮੇਰੇ ਕਰਕੇ ਸਾਰਾ ਕੁਝ ਹੋਏਗਾ? ਹਾਂ, ਸਾਡੀ ਇਹ ਜ਼ਿੰਮੇਵਾਰੀ ਸੀ ਇੱਕ ਸਿਆਸੀ ਪਾਰਟੀ ਦੇ ਤੌਰ ਤੇ ਵੀ ਅਸੀਂ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ ਖੜੀਏ। ਅਸੀਂ ਖੜੇ ਹਾਂ, ਸਾਡੀ ਡਿਊਟੀ ਬਣਦੀ ਸੀ। ਤੇ ਪਰ ਇਹ ਸੋਚਣਾ ਕਿਸੇ ਵੀ ਪਾਰਟੀ ਦਾ, ਸਾਡਾ ਵੀ ਅਸੀਂ ਕਿਸਾਨੀ ਸੰਘਰਸ਼ ਚੋਂ ਕੋਈ ਸਿਆਸੀ ਲਾਹਾ ਲੈ ਸਕਦੇ, ਕੋਈ ਨਹੀਂ ਲੈ ਸਕਦਾ, ਚਾਹੇ ਜੋ ਮਰਜ਼ੀ ਸੁਪਨੇ ਲਈ ਜਾਵੇ। ਇਹ ਕਿਸਾਨੀ ਸੰਘਰਸ਼ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨਾਂ ਦੀ ਬਦੌਲਤ, ਪੰਜਾਬ ਦੇ ਕਿਸਾਨਾਂ ਦੇ ਹੌਸਲੇ ਦੀ ਬਦੌਲਤ, ਉਹਨਾਂ ਦੀ ਦ੍ਰਿੜਤਾ ਦੀ ਬਦੌਲਤ ਇਹ ਖੜਾ ਹੋਏਗਾ। ਤੇ ਇਹਦੇ ਵਾਸਤੇ ਸਾਡੀ ਕਿਸਾਨ ਯੂਨੀਅਨਾਂ ਨੇ, ਹੋਰ ਜਥੇਬੰਦੀਆਂ ਨੇ, ਉਹ ਵਧਾਈ ਦੀ ਪਾਤਰ ਨੇ। ਤੇ ਸਿਆਸੀ ਪਾਰਟੀ ਜਿਹੜੀ ਹੈ, ਮੈਂ ਸਮਝਦਾ ਕਿਸੇ ਦਾ ਕੋਈ ਰੋਲ ਨਹੀਂ। ਪੰਜਾਬ ਦੇ ਵਿੱਚ ਇੱਕ ਸਿਆਸੀ ਵੈਕਿਊਮ ਹੈ, ਇਹ ਤੁਸੀਂ ਵੀ ਜਾਣਦੇ ਹੋ, ਇੰਨਾ ਕੁ ਤਜਰਬਾ ਤੁਹਾਨੂੰ ਸਿਆਸਤ ਦਾ ਹੈਗਾ। ਬਹੁਤ ਸਾਰੇ ਲੋਕ ਹੋਰ ਵੀ ਗੱਲਾਂ ਕਰਦੇ ਨੇ ਕਿ ਇਹ ਵੈਕਿਊਮ ਜਿਹੜਾ ਉਹ ਭਰਨ ਦੀ ਲੋੜ ਹੈ, ਕਿਉਂਕਿ ਪੰਜਾਬ ਦੇ ਲੋਕ ਇੱਕ ਬਦਲਾਅ ਚਾਹੁੰਦੇ ਆ, ਇੱਕ ਬਦਲ ਚਾਹੁੰਦੇ ਆ ਉਹ ਰਵਾਇਤੀ ਪਾਰਟੀਆਂ ਦੇ ਕੋਲੋਂ। ਕੀ ਲੱਗਦਾ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਵੈਕਿਊਮ ਹੈ ਉਹ ਅਕਾਲੀ ਦਲ ਡੈਮੋਕ੍ਰੈਟਿਕ ਭਰਨ ਦੇ ਲਈ ਕਿਸੇ ਕਵਾਇਦ ਦੇ ਵਿੱਚ ਲੱਗਾ ਹੋਇਆ, ਜਾਂ ਆਪ ਆਪਣੇ ਦੇ ਵਿੱਚ ਹੀ ਦਮ ਸਮਝਦਾ ਹੈ ਕਿ ਉਹ ਆਪ ਹੀ ਇਸ ਵੈਕਿਊਮ, ਇਸ ਖਲਾਅ ਨੂੰ ਭਰ ਸਕਦਾ, ਜਾਂ ਕੁਝ ਹਮ ਖਿਆਲ ਪਾਰਟੀਆਂ ਦੇ ਨਾਲ ਇਸ ਵੇਲੇ ਚਰਚਾ ਚੱਲਦੀ ਪਈ ਹੈ ਕਿ ਰਲ ਮਿਲ ਕੇ ਕੁਝ ਨਾ ਕੁਝ ਇਹੋ ਜਿਹਾ ਕੀਤਾ ਜਾਵੇ? ਦੇਖੋ, ਸਾਡੀ ਇੱਕ ਗੱਲ ਬੜੀ ਕਲੀਅਰ ਹੈ ਕਿ ਪੰਜਾਬ ਦੇ ਲੋਕ ਜਿਹੜੀਆਂ ਐਸਟੈਬਲਿਸ਼ ਪੋਲੀਟੀਕਲ ਪਾਰਟੀਆਂ ਨੇ, ਚਾਹੇ ਬਾਦਲ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਇਹਨਾਂ ਤੋਂ ਦੁਖੀ ਨੇ। ਇਹਨਾਂ ਦੇ ਹੁਣ ਤੱਕ ਜੋ ਪ੍ਰਬੰਧ ਰਹੇ ਨੇ ਸਰਕਾਰਾਂ ਦੇ, ਜਾਂ ਜੋ ਇਹਨਾਂ ਦੀ ਨਿੱਜੀ, ਜੋ ਇਹਨਾਂ ਦਾ ਸਮਾਜਿਕ ਆਪਦਾ ਵਰਤੀਰਾ ਰਹੇਗਾ, ਉਹ ਸਾਰੇ ਜਿਹੜਾ ਹੈ ਲੋਕ ਵਿਰੋਧੀ ਰਿਹਾ। ਤੇ ਲੋਕਾਂ ਦੇ ਵਿੱਚ ਨਿਰਾਸ਼ਤਾ ਹੈ। ਲੋਕ ਇੱਕ ਤੀਜੇ ਬਦਲ ਵੱਲ ਦੇਖ ਰਹੇ ਨੇ। ਉਹ ਬਦਲ ਬਣਾਉਣ ਦੀ ਲੋੜ ਹੈ, ਜਿਹਦੇ ਵਾਸਤੇ ਅਸੀਂ ਯਤਨਸ਼ੀਲ ਹਾਂ। ਜਿਹੜੀਆਂ ਵੀ ਪੰਜਾਬ ਦੇ ਭਲਾ ਸੋਚਣ ਵਾਲੀਆਂ, ਪੰਜਾਬ ਦੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਉਹਦੀ ਚਿੰਤਾ ਮਨ ਦੇ ਵਿੱਚ ਰੱਖਣ ਵਾਲੀਆਂ ਪਾਰਟੀਆਂ ਨੇ, ਉਹ ਸਾਰਿਆਂ ਨੂੰ ਅਸੀਂ ਇਕੱਠਾ ਕਰਕੇ ਇਹਨਾਂ ਤਿੰਨਾਂ ਪਾਰਟੀਆਂ ਨੂੰ ਨਿਜਾਤ ਦੇਣ ਲਈ ਅਸੀਂ ਪੂਰਾ ਆਪਦੇ ਵੱਲੋਂ ਯਤਨ ਕਰ ਰਹੇ ਹਾਂ ਤੇ ਕਰਾਂਗੇ। ਸਿੱਧੂ ਸਾਹਿਬ ਨੂੰ ਲੈ ਕੇ ਬੜੀ ਚਰਚਾ ਹੋਈ, ਹਾਲਾਂਕਿ ਪੰਜਾਬ ਦੇ ਇਸ ਵੇਲੇ ਮੁੱਦੇ ਏਡੇ ਵੱਡੇ ਆ ਕਿ ਕਿਸੇ ਇੱਕ ਸ਼ਖਸ ਦੇ ਉੱਤੇ ਕੇਂਦਰਿਤ ਕਰਕੇ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਕਰੋ ਤੇ ਮੇਰਾ ਖਿਆਲ ਹੈ ਕਿ ਇਹ ਨਾਇਨਸਾਫੀ ਹੋਏਗੀ ਪੰਜਾਬ ਦੇ ਨਾਲ ਵੀ ਔਰ ਆਪਣੇ ਆਪ ਨਾਲ ਵੀ ਹੋਏਗੀ। ਸਿੱਧੂ ਸਾਹਿਬ ਨੂੰ ਲੈ ਕੇ ਇਸ ਵੇਲੇ ਸਥਿਤੀ ਜਿਹੜੀ ਆ ਉਹ ਸ਼ਸ਼ੋ ਪੰਜ ਵਾਲੀ ਆ ਕਿ ਅਹੁਦਾ ਮਿਲਦਾ ਕੈਬਨਿਟ ਦੇ ਵਿੱਚ, ਨਹੀਂ ਮਿਲਦਾ। ਕੁਝ ਧਿਰਾਂ ਕਹਿੰਦੀਆਂ ਨੇ ਕਿ ਸਾਡੇ ਵਾਲਾ ਜੋ ਤੁਹਾਡੀ ਧਿਰ ਦੇ ਵੱਲੋਂ ਵੀ, ਜਦੋਂ ਬਹੁਤ ਸਾਰੀਆਂ ਧਿਰਾਂ, ਚਾਹੇ ਅਕਾਲੀ ਦਲ ਟਕਸਾਲੀ ਸੀ, ਚਾਹੇ ਹੋਰ ਧਿਰਾਂ ਸੀਗੀਆਂ, ਕਹਿੰਦੀਆਂ ਸੀਗੀਆਂ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਕੇ ਸਾਡੇ ਨਾਲ ਆ ਜਾਵਣ ਤੇ ਅਸੀਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਵੀ ਬਣਾਉਣ ਲਈ ਤਿਆਰ ਹਾਂ। ਕੀ ਲੱਗਦਾ ਇਸ ਵੇਲੇ ਸਿੱਧੂ ਕਿੱਥੇ ਖੜਾ ਆ ਤੇ ਤੁਹਾਡੇ ਵੱਲੋਂ, ਤੁਹਾਡੀ ਧਿਰ ਵੱਲੋਂ ਸਿੱਧੂ ਲਈ ਕੋਈ ਆਫਰ ਹੈ? ਅਜੇ ਵੀ ਦਰਵਾਜ਼ੇ ਖੁੱਲੇ ਆ ਜਾਂ ਹੁਣ ਤੁਸੀਂ ਸੋਚਦੇ ਹੋ ਕਿ ਨਹੀਂ ਹੁਣ ਦਰਵਾਜ਼ੇ ਬੰਦ ਹੋ ਗਿਆ? ਨਹੀਂ, ਸਿਆਸਤ ਵਿੱਚ ਹਮ ਖਿਆਲੀਆਂ ਦੇ ਕਦੇ ਆਪਸ ਦਰਵਾਜ਼ੇ ਬੰਦ ਨਹੀਂ ਹੁੰਦੇ। ਜਿੱਥੋਂ ਤੱਕ ਸਿੱਧੂ ਸਾਹਿਬ ਦੀ ਗੱਲ ਹੈ, ਦੇਖੋ ਫੈਸਲਾ ਉਹਨਾਂ ਨੇ ਆਪ ਲੈਣਾ ਤੇ ਜਿੱਥੋਂ ਮੇਰਾ ਮੰਨਣਾ ਇਹ ਹੈ ਕਿ ਉਹਨਾਂ ਦੀ ਜੋ ਹੁਣ ਤੱਕ ਜੋ ਸਿਆਸੀ ਕਰੀਅਰ ਹੈ, ਲੋਕ ਉਹਨਾਂ ਨੂੰ ਇੱਕ ਇਮਾਨਦਾਰ, ਇੱਕ ਦਿਲ ਦੀ ਗੱਲ ਕਰਨ ਵਾਲਾ ਆਗੂ ਵਜੋਂ ਦੇਖਦੇ ਨੇ, ਜਿਹੜਾ ਬੇਬਾਕ ਹੈ ਤੇ ਲੋਕ ਉਹਨਾਂ ਨੂੰ ਜਿਹੜਾ ਪਸੰਦ ਕਰਦੇ ਨੇ, ਇਸ 'ਚ ਕੋਈ ਦੋ ਰਾਏ ਨਹੀਂ। ਪਰ ਸਿੱਧੂ ਸਾਹਿਬ ਦੇ ਵੀ ਮੈਂ ਇਹ ਮੰਨਦਾਗਾ ਕਿ ਜਿਸ ਤਰੀਕੇ ਦੀ ਕਾਂਗਰਸ ਦੇ ਵਿੱਚ ਉਹਨਾਂ ਨਾਲ ਬਦਸਲੂਕੀ ਹੋਈ ਹੈ, ਜਿਸ ਤਰੀਕੇ ਦੇ ਨਾਲ
ਕੋਈ ਉਹਨਾਂ ਨਾਲ ਵਿਵਹਾਰ ਰਿਹਾ ਹੈ, ਉਹਦੇ ਨਾਲ ਜੇ ਕੋਈ ਹੋਰ ਵਿਅਕਤੀ ਹੁੰਦਾ ਸ਼ਾਇਦ ਉਹ ਇੰਨੀ ਜਿਹੜੀ ਹੈ ਬੇਇੱਜ਼ਤੀ ਕਰਾ ਕੇ ਸ਼ਾਇਦ ਉਸ ਪਾਰਟੀ ਦੇ ਵਿੱਚ ਨਾ ਰਹਿੰਦਾ। ਮੈਂ ਸਮਝਦਾ ਕਿ ਸਿੱਧੂ ਸਾਹਿਬ ਨੂੰ ਜਿਹੀ ਜਿਹੀ ਉਹ ਸੋਚ ਰੱਖਦੇ ਨੇ ਉਹਨਾਂ ਵਾਸਤੇ ਵੈਸੇ ਹੀ ਕਾਂਗਰਸ ਮਾਫਕ ਨਹੀਂ ਹੈ। ਕਾਂਗਰਸ ਤਾਂ ਚੰਗੇ ਚੰਗੇ ਬੰਦਿਆਂ ਨੂੰ ਦਾ ਮਨ ਭ੍ਰਿਸ਼ਟ ਕਰ ਦਿੰਦੀ ਹੈ ਤੇ ਉਹਨਾਂ ਨੂੰ ਜ਼ਰੂਰ ਵਿਚਾਰਨਾ ਚਾਹੀਦਾ। ਸਾਡੇ ਤਾਂ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਨੇ, ਕੋਈ ਐਸੀ ਗੱਲ ਨਹੀਂ। ਅਸੀਂ ਤਾਂ ਚਾਹੁੰਦੇ ਹਾਂ ਕਿ ਉਹ ਪੰਜਾਬ ਦੇ ਭਲੇ ਲਈ ਇਹ ਜੋ ਪਾਰਟੀਆਂ ਜਿਨ੍ਹਾਂ ਤੋਂ ਅੱਜ ਲੋਕਾਂ ਦੇ ਮਨ ਵਿੱਚ ਨਿਰਾਸ਼ਤਾ ਹੈ ਉਹਨਾਂ ਤੋਂ ਦੂਰ ਹਟ ਕੇ ਉਹ ਆਪਦਾ ਬਾਕੀ ਆਪਦੇ ਹਮਖਿਆਲੀ ਨਾਲ ਰਲ ਕੇ ਇੱਕ ਚੰਗੀ ਪੰਜਾਬ ਨੂੰ ਆਲਟਰਨੇਟਿਵ ਪੋਲਿਟਿਕਸ ਵੱਲ ਲੈ ਕੇ ਜਾਣ। ਢੀਂਡਸਾ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਿੱਧੂ ਥਾਂ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਦੋਂ ਦਾ ਪਾਰਟੀ ਛੱਡ ਕੇ ਆ ਜਾਂਦਾ, ਇਹਦਾ ਮਤਲਬ ਸਿੱਧੂ ਹੋਰਾਂ ਦੀ ਗੈਰਤ ਤੇ ਹੀ ਸਵਾਲ ਹੋ ਗਿਆ ਨਾ? ਨਹੀਂ, ਗੈਰਤ ਤੇ ਕੋਈ ਸਵਾਲ ਨਹੀਂ। ਸ਼ਾਇਦ ਉਹਨਾਂ ਦਾ ਹਾਈ ਕਮਾਂਡ ਨਾਲ ਕੋਈ ਸੰਬੰਧ ਹੋਣ ਜਾਂ ਕੁਝ ਹੋਣ, ਪਰ ਮੈਂ ਮੰਨਦਾ ਵੀ ਜਿਹਾ ਜਿਹਾ ਸਿੱਧੂ ਸਾਹਿਬ ਦਾ ਉਹਨਾਂ ਦੀ ਸ਼ਖਸੀਅਤ ਹੈ, ਮੈਂ ਆਪ ਹੈਰਾਨ ਹੁੰਦਾ ਵੀ ਕਿਵੇਂ ਬੈਠੇ ਨੇ ਉੱਧਰ ਉਹ, ਕਿਉਂਕਿ ਉਹ ਬੇਬਾਕ ਨੇ, ਉਹ ਕਿਸੇ ਦਾ ਇਸ ਬਦਸਲੂਕੀ ਜਾਂ ਦਬਾਅ ਝੱਲਣ ਵਾਲੇ ਨਹੀਂ ਹੈ। ਤੇ ਉਹਨਾਂ ਨੂੰ ਪਿਛਲੇ 2 ਸਾਲਾਂ ਤੋਂ ਤਾਂ ਇਹੀ ਲਾਰੇ ਲਾਈ ਜਾਂਦੇ, ਤੁਹਾਨੂੰ ਪ੍ਰਧਾਨ ਬਣਾਵਾਂਗੇ, ਤੁਹਾਨੂੰ ਡਿਪਟੀ ਸੀਐਮ ਬਣਾਵਾਂਗੇ। ਤੁਸੀਂ ਦੇਖ ਹੀ ਰਹੇ ਹੋ ਕਿੱਥੇ ਖੜੀ ਹੈ ਗੱਲ। ਤੇ 4 ਸਾਲ ਹੋ ਗਏ ਕੈਪਟਨ ਸਰਕਾਰ ਨੂੰ। ਆ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ 84% ਵਾਅਦੇ ਪੂਰੇ ਕਰਤੇ ਆ ਤੇ ਬਾਕੀ ਜਿਹੜੇ 16% ਰਹਿ ਗਿਆ ਉਹ 1 ਸਾਲ ਦੇ ਵਿੱਚ ਅਸੀਂ ਇਹਨੂੰ ਕੰਪਲੀਟ ਕਰ ਦੇਣੇ ਆ। ਕਿਵੇਂ ਦੇਖ ਰਹੇ ਆ ਤੁਸੀਂ ਕਿ 84% ਵਾਅਦੇ ਪੂਰੇ ਹੋਏ ਨਜ਼ਰ ਆ ਰਹੇ ਆ? ਦੇਖੋ, ਉਹਨਾਂ ਨੇ ਤਾਂ ਸੋਚ ਲਿਆ ਵੀ ਜੇ ਝੂਠ ਹੀ ਬੋਲਣਾ ਵੱਡੇ ਹੀ ਝੂਠ ਬੋਲੋ। ਮੈਂ ਅੱਜ ਹੈਰਾਨ ਹੁੰਨਾ ਵੀ ਜਿਹੜੀਆਂ ਐਡਵਰਟਾਈਜ਼ਮੈਂਟ ਦਿੰਦੇ ਨੇ ਉਹ ਇਸ਼ਤਿਹਾਰਾਂ ਅਖਬਾਰਾਂ ਦੇ ਵਿੱਚ ਹੋਰ, ਉਹਦੇ 'ਚ ਵੀ ਸਾਰੀਆਂ 'ਚ ਝੂਠ ਬੋਲੀ ਜਾ ਰਹੇ ਨੇ। ਮਤਲਬ ਸਰਕਾਰ ਦਾ ਝੂਠ ਬੋਲਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ। ਕਿਹੜੇ 84% ਵਾਅਦੇ ਪੂਰੇ ਕੀਤੇ ਨੇ ਸਾਨੂੰ ਦੱਸਣ ਤਾਂ ਸਹੀ। ਮੇਨ ਜਿਹਨੇ ਚੁਣਾਵ ਵਾਅਦਿਆਂ ਦੇ ਸਿਰ ਤੇ ਉਹਨਾਂ ਨੇ ਚੋਣ ਜਿੱਤੀ ਸੀ, ਇੱਕ ਵੀ ਵਾਅਦਾ ਨਹੀਂ ਉਹਨਾਂ ਨੇ ਪੂਰਾ ਕੀਤਾ। ਉਹਨਾਂ 'ਚੋਂ 2 ਵਾਅਦਿਆਂ ਨੂੰ ਇਹਨਾਂ ਨੇ ਹੁਣ ਅਨਾਊਂਸ ਕੀਤਾ ਤੇ ਕਿਹਾ ਵੀ ਅਸੀਂ ਜਾ ਕੇ ਜੁਲਾਈ ਦੇ ਮਹੀਨੇ ਤੋਂ ਕਰਾਂਗੇ। ਵੀ ਆਹ 4 ਮਹੀਨੇ ਕੀ ਹੁੰਦਾ ਸੀ ਤੁਹਾਨੂੰ, ਜੁਲਾਈ ਦਾ ਕੀ ਹੈ? ਜੁਲਾਈ ਨੂੰ ਤਾਂ ਰਹੀ 6 ਮਹੀਨੇ ਜਾਣੇ ਨੇ ਇਲੈਕਸ਼ਨਾਂ 'ਚ। ਸੋ ਇਹ ਅਸਲ 'ਚ ਮੈਂ ਕਹਾਂ ਬੇਈਮਾਨ ਸਰਕਾਰ ਹੈ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਫਰਾਡ ਕੀਤਾ, ਧੋਖਾ ਕੀਤਾ ਤੇ ਲੋਕ ਚੁੱਪ ਭਾਵੇਂ ਬੈਠੇ ਨੇ, ਪਰ ਇਹਨਾਂ ਨੂੰ ਆ ਕੇ ਚੋਣਾਂ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਉਣਗੇ। ਗੱਲਾਂ ਕਰੀਏ ਤੇ ਆਪਾਂ ਕਿਸਾਨੀ ਅੰਦੋਲਨ ਦੀ ਕੋਈ ਗੱਲ ਨਾ ਹੋਵੇ, ਮੇਰਾ ਖਿਆਲ ਹੈ ਕਿ ਇਸ ਸਮੇਂ ਮੁਨਾਸਬ ਨਹੀਂ ਆ। ਕੱਲ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ। ਉਸ ਬੰਦ ਦੇ ਦਰਮਿਆਨ ਗੁਜਰਾਤ ਦੇ ਵਿੱਚ ਯੁੱਧਵੀਰ ਸਿੰਘ ਹੋਰੀ ਜਿਹੜੇ ਰਾਕੇਸ਼ ਟਕੈਤ ਹੋਰਾਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਨੇ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ, ਡਿਟੇਨ ਕਰ ਲਿਆ ਜਾਂਦਾ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ। ਔਰ ਚਰਚਾ ਇਹ ਚੱਲਦੀ ਪਈ ਕਿ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹ ਦਿਖਾਉਣ ਦੀ, ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਸਾਡੇ ਖਿਲਾਫ ਆਵਾਜ਼ ਉਠਾਓਗੇ ਤਾਂ ਫਿਰ ਇਦਾਂ ਤੁਹਾਨੂੰ ਉਠਾਇਆ ਜਾ ਸਕਦਾ, ਗ੍ਰਿਫਤਾਰ ਕੀਤਾ ਜਾ ਸਕਦਾ। ਜਿਹੜਾ ਸਰਕਾਰ ਦਾ ਰਵੱਈਆ ਆ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ? ਇਹ ਟੋਟਲ ਤਾਨਾਸ਼ਾਹ ਰਵੱਈਆ ਹੈ। ਉਹਨਾਂ ਦੀ ਸਿਆਸਤ ਹੀ ਡਰਾਉਣ ਦੀ, ਦਬਾਉਣ ਦੀ ਰਹੀ ਹੈ। ਜੇ ਮੈਂ ਉਧਰ ਨਿਗਾਹ ਮਾਰ ਕੇ ਦੇਖਾਂ ਤਾਂ ਅੱਜ ਵੀ ਉਹ ਜਿਹੜਾ ਵੀ ਉਹਨਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਕਿਸੇ ਨਾ ਕਿਸੇ ਰੂਪ 'ਚ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਦੇ ਕਿਸਾਨਾਂ ਨੇ ਜੇ ਉੱਥੇ ਮੋਰਚਾ ਲਾਇਆ, ਉਹਨਾਂ ਖਿਲਾਫ ਜਿਹੜੇ ਨੇ ਨਾਦਰਸ਼ਾਹੀ ਫਰਮਾਨ ਉਹਨਾਂ ਨੇ ਜਾਰੀ ਕਰਤੇ। ਤੁਸੀਂ ਦੇਖੋ ਵੀਟ ਜਿਹੜੀ ਹੈ ਪ੍ਰੋਕਿਉਰਮੈਂਟ ਹੈ, ਕਣਕ ਦੀ ਸ਼ੁਰੂ ਹੋਣ ਵਾਲੀ ਹੈ, ਉਹਦੀਆਂ ਸਪੈਸੀਫਿਕੇਸ਼ਨਸ ਵਧਾਤੀਆਂ। ਉਹਦਾ ਕੀ ਨਤੀਜਾ ਹੋਏਗਾ ਵੀ ਜਿਹੜਾ ਕੋਈ ਵਪਾਰੀ ਹੈ, ਆੜ੍ਹਤੀ ਹੈ, ਤੇ ਉਹ ਜਿਹੜਾ ਤੰਗ ਕਰੇਗਾ ਖਰੀਦ ਵੇਲੇ, ਕਿਉਂਕਿ ਇੰਪਿਓਰਿਟੀਜ਼ ਘਟਾਤੀਆਂ, ਮੋਇਸਚਰ ਘਟਾਤਾ, ਤਾਂ ਕਿਸੇ ਨੇ ਸਪੈਸੀਫਿਕੇਸ਼ਨ ਦੇ ਵਿੱਚ ਹੀ ਨਹੀਂ ਆਉਣੀ। ਜਦ ਸਪੈਸੀਫਿਕੇਸ਼ਨ ਦੇ ਵਿੱਚ ਨਹੀਂ ਆਊਗੀ ਤਾਂ ਕਿਸਾਨਾਂ ਨੂੰ ਬੈਠਣਾ ਪਊਗਾ ਮੰਡੀਆਂ 'ਚ ਕਿੰਨੇ ਦਿਨ, ਤੇ ਖੱਜਲ ਖੁਆਰ ਕਰਨ ਵਾਲੀ ਗੱਲ ਹੀ। ਇਸੇ ਤਰ੍ਹਾਂ ਚੌਲਾਂ ਦਾ ਵੀ ਇੰਪਿਓਰਿਟੀਜ਼ 0 ਕਰਤੀਆਂ ਵੀ 0% ਅਸੀਂ ਟੋਲਰੇਟ ਨਹੀਂ ਕਰਾਂਗੇ। ਤੇ ਐਸੇ ਜਿਹੜੇ ਮਾਪਦੰਡ ਲਾਗੂ ਕਰਨਾ, ਉਹ ਇਹ ਸਪਸ਼ਟ ਹੈ ਵੀ ਉਹ ਇੱਕ ਬਦਲਾਖੋਰੀ ਦੀ ਨੀਤੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨਾਲ ਲੈ ਕੇ ਚੱਲੇ ਹੋਏ ਨੇ। ਚਲੋ, ਬਾਕੀ ਪਰਮਾਤਮਾ ਬੜੀ ਵੱਡੀ ਤਾਕਤ ਹੈ ਤੇ ਪਰਮਾਤਮਾ ਹਮੇਸ਼ਾ ਲੋਕਾਂ ਦੇ ਨਾਲ ਹੁੰਦਾ ਹੈ ਤੇ ਇਹਨਾਂ ਨੂੰ ਇਸ ਚੀਜ਼ ਦਾ ਖਮਿਆਜਾ ਛੇਤੀ ਭੁਗਤਣਾ ਪਊਗਾ। ਤੇ ਇਹ ਬੀਜੇਪੀ ਵੀ ਯਾਦ ਰੱਖੂਗੀ ਵੀ ਅਸੀਂ ਜੇ ਕਿਸਾਨਾਂ ਨਾਲ ਕੀਤਾ ਸੀਗਾ। ਤਾਂ ਤੁਸੀਂ ਦੇਖਿਓ ਇਹਨਾਂ ਦੀ ਹੁਣ ਤਾਂ 10 ਸਾਲ ਬਾਅਦ ਸਰਕਾਰ ਬਣੀ ਹੈ ਪਿਛਲੀ ਵਾਰੀ, ਤੇ ਜੇ 50 ਸਾਲ ਵੀ ਸਰਕਾਰ ਇਹਨਾਂ ਦੀ ਇਦੋਂ ਬਾਅਦ ਬਣ ਜੇ ਤਾਂ ਮੈਨੂੰ ਕਹਿ ਦਿਓ।
ਅੱਛਾ, ਤੁਸੀਂ ਵਿੱਤ ਮੰਤਰੀ ਰਹੇ ਹੋ, ਇਸੇ ਸੰਦਰਭ 'ਚ ਗੱਲ ਕਰ ਲੈਂਦੇ ਆ। ਮੈਨੂੰ ਲੱਗਦਾ ਕਿ ਬਹੁਤ ਬਿਹਤਰ ਤਰੀਕੇ ਨਾਲ ਜਵਾਬ ਦੇ ਸਕਦੇ ਹੋ। ਹੁਣ ਬਦਲਾਖੋਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਪੰਜਾਬ ਨਾਲ, ਕਿਉਂਕਿ ਪੰਜਾਬ ਦੇ ਵਿੱਚ ਉਹ ਪਨਪਦਾ ਆ, ਪੰਜਾਬ ਦੇ ਵਿੱਚ ਉਹ ਜੰਮਦਾ ਆ, ਇਹ ਅੰਦੋਲਨ ਤੇ ਹੁਣ ਫੈਲਦਾ ਆ ਭਾਰਤ ਦੇ ਵਿੱਚ। ਜਿਹੜੀ ਆਰਥਿਕ ਘੇਰਾਬੰਦੀ ਕੀਤੀ ਜਾ ਰਹੀ ਆ, ਕਦੀ ਰੂਰਲ ਡਿਵੈਲਪਮੈਂਟ ਫੰਡ ਰੋਕ ਲਿਆ ਜਾਂਦਾ, ਕਦੀ ਡੀਏਪੀ ਖਾਦ ਦੀ ਹੁਣ ਭਾਅ ਵਧਾ ਦਿੱਤੇ ਗਏ ਆ। ਇੱਕ ਤਰੀਕੇ ਨਾਲ ਇਹ ਵੀ ਆਰਥਿਕ ਘੇਰਾਬੰਦੀ ਕਹਿ ਸਕਦੇ ਆ। ਪਹਿਲਾਂ ਕਹਿੰਦੇ ਜੀ ਮਾਲ ਗੱਡੀਆਂ ਨਹੀਂ ਅਸੀਂ ਚਲਾਉਣੀਆਂ, ਮੁਸਾਫਰ ਗੱਡੀਆਂ ਚਲਾਉਣ ਦੀ ਇਜਾਜ਼ਤ ਦਿਓਗੇ ਤੇ ਤਾਂ ਚਲਾਉਣੀਆਂ, ਕਿਸਾਨ ਜੇ ਇਹਦੇ ਲਈ ਮੰਨਣਗੇ ਤਾਂ ਚਲਾਉਣੀਆਂ। ਫਿਰ ਉਹਦੇ ਤੋਂ ਇਲਾਵਾ ਹੋਰ ਬਹੁਤ ਕੁਝ ਆ। ਚੌਲਾਂ ਦੀ ਖਰੀਦ ਨੂੰ ਲੈ ਕੇ ਕਹਿ ਦਿੱਤਾ ਕਿ ਉਹਦੇ ਵਿੱਚ ਜਿਹੜੇ ਪ੍ਰੋਟੀਨ ਵਾਲੇ ਚੌਲ ਹੋਣਗੇ ਉਹ ਤੱਤ ਹੋਣਗੇ ਤਾਂ ਖਰੀਦਣੀ ਆ। ਇਸ ਆਰਥਿਕ ਘੇਰਾਬੰਦੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹੀ ਤਾਂ ਮੈਂ ਜਿਹੜੀ ਤਾਨਾਸ਼ਾਹੀ ਦੀ ਗੱਲ ਕੀਤੀ, ਇਹੀ ਤਾਂ ਤਾਨਾਸ਼ਾਹੀ ਹੈ। ਹੁਣ ਪੰਜਾਬ ਦਾ ਜਿਹੜਾ ਪਿੰਡਾਂ ਦਾ ਵਿਕਾਸ ਹੈ, ਉਹ ਰੂਰਲ ਡਿਵੈਲਪਮੈਂਟ ਫੰਡ, ਪਿੰਡਾਂ ਦੀਆਂ ਸੜਕਾਂ ਬਣਨੀਆਂ, ਡਿਵੈਲਪਮੈਂਟ ਹੋਣੀਆਂ, RDF ਤੋਂ ਚੱਲਦਾ ਹੈਗਾ। ਉਹ ਇਹਨਾਂ ਨੇ ਕਹਿਤਾ ਵੀ ਅਸੀਂ 1% ਤੋਂ ਵੱਧ ਨਹੀਂ ਦੇਣਾ, ਉਹਦੇ ਨਾਲ ਸਾਰਾ ਪ੍ਰਭਾਵਿਤ ਹੋਏਗਾ। ਤੇ ਇੱਥੋਂ ਤੱਕ ਕਿ ਸਾਡੇ ਜਿਹੜੇ ਅਦਾਰੇ ਨੇ, ਚਾਹੇ ਮੰਡੀ ਬੋਰਡ ਹੈ, ਚਾਹੇ ਰੂਰਲ ਡਿਵੈਲਪਮੈਂਟ ਬੋਰਡ ਹੈ, ਉਹ ਬੰਦ ਹੋਣ ਦੇ ਕਿਨਾਰੇ ਆਏ ਨੇ, ਕਿਉਂਕਿ ਉਹਨਾਂ ਤਨਖਾਹਾਂ ਹੀ ਨਹੀਂ 1% ਨਾਲ ਤਾਂ ਪੂਰੀਆਂ ਹੋਣੀਆਂ। ਬਾਕੀ ਦਾ ਕੰਮ ਜਿਹੜਾ ਹੈ ਉਹ ਬਾਅਦ 'ਚ ਹੋਏਗਾ। ਸੋ ਉਹ ਇੱਕ ਪ੍ਰੈਸ਼ਰ ਟੈਕਟਿਕਸ ਸਰਕਾਰਾਂ ਦੇ ਉੱਤੇ ਵਰਤ ਰਹੇ ਨੇ। ਹਾਲਾਂਕਿ ਸੂਬਿਆਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਇਹ ਵੀ ਟੈਕਸ ਲਾਉਣਾ, ਜੇ ਉਹ ਖੁਦ ਰੋਜ਼ ਟੈਕਸ ਵਧਾ ਸਕਦੇ ਆ। ਦੇਖੋ, ਕਦੇ ਉਹਨਾਂ ਨੇ ਲਾਤਾ ਆਪਣਾ ਐਡੀਸ਼ਨਲ ਐਕਸਾਈਜ਼ ਡਿਊਟੀ ਲਾਤੀ ਪਿੱਛੇ ਜੇ ਪੈਟਰੋਲ ਤੇ ਡੀਜ਼ਲ ਤੇ ਟਰਨਓਵਰ ਟੈਕਸ ਲਾਤਾ। ਸੋ ਇਸ ਨਵੇਂ ਟੈਕਸ ਰੋਜ਼ ਲਾਉਂਦੇ ਨੇ, ਤੇ ਜਿਹੜੇ ਸੂਬੇ ਮੌਜੂਦਾ ਟੈਕਸ ਲੈ ਰਹੇ ਨੇ ਉਹ ਵੀ ਉਹ ਬੰਦ ਕਰ ਰਹੇ ਨੇ। ਮੈਂ ਸਮਝਦਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ, ਤੇ ਅਵਸ਼ ਜਿੱਤਣਗੇ, ਕਿਉਂਕਿ ਸਾਡਾ ਇਹ ਕਨਸਟੀਟਿਊਸ਼ਨਲ ਰਾਈਟ ਹੈ ਸੂਬੇ ਦਾ ਟੈਕਸ ਲਾਉਣ ਦਾ। ਤੇ ਇਹਦੇ ਵਿੱਚ ਕੇਂਦਰ ਸਰਕਾਰ ਕਹੇ ਵੀ ਮੈਂ ਦੇਣੇ ਨਹੀਂ ਤੁਹਾਡਾ ਟੈਕਸ, ਕੱਲ੍ਹ ਨੂੰ ਪੰਜਾਬ ਦੇ ਲੋਕ ਕਹਿਣ ਵੀ ਅਸੀਂ ਤਾਂ ਇਨਕਮ ਟੈਕਸ ਨਹੀਂ ਦੇਣਾ, ਤਾਂ ਇਹ ਕਿਵੇਂ ਚੱਲੂਗਾ? ਸੋ ਇਹ ਬਹੁਤ ਬਿਲਕੁਲ ਹੀ ਜਿਹੜੀ ਹੈ ਇੱਕ ਫੈਡਰਲ ਸਿਸਟਮ ਦੇ ਤਹਿਤ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਨ ਵਾਲੀ ਗੱਲ ਹੈ। ਕਾਨੂੰਨ ਵੀ ਇਹ ਲਾਗੂ ਕਰਕੇ ਡਾਕਾ ਮਾਰਿਆ। ਸਾਡੇ ਟੈਕਸ ਲਾ ਕੇ ਵੀ ਆ ਦਿੱਲੀ ਨਾਲ ਕੀ ਕੀਤਾ? ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਇੱਕ ਮਿਊਨਿਸਪਲ ਕਮੇਟੀ ਬਣਾ ਕੇ ਰੱਖਤਾ। ਤੇ ਇਹ ਇਦੋਂ ਵੱਡਾ ਅਨਿਆਂ ਕੀ ਹੋ ਸਕਦਾ ਵੀ ਤੁਸੀਂ ਸੂਬੇ ਦੀ ਸਰਕਾਰ ਤੋਂ ਹੀ ਉਹਨਾਂ ਦੇ ਅਧਿਕਾਰ ਕੋਲੋਂ ਕਹੇ ਜੀ ਜਿਹੜਾ ਸਾਡਾ ਜਿਹੜਾ ਹੈ ਗਵਰਨਰ, ਲੈਫਟੀਨੈਂਟ ਗਵਰਨਰ, ਉਹਦੇ ਕੋਲ ਹੀ ਸਾਰੀ ਪਾਵਰ ਹੋਏਗੀ। ਸੋ ਮੈਂ ਸਮਝਦਾ ਕਿ ਇਹਦਾ ਅਗਲਾ ਸਟੈਪ ਤਾਂ ਇਹ ਹੋਊਗਾ ਵੀ ਇਹਨਾਂ ਨੇ ਇਲੈਕਸ਼ਨਾਂ ਬੰਦ ਕਰ ਦੇਣੀਆਂ ਵੀ ਹੁਣ ਤਾਂ ਸਾਡਾ ਅਸੀਂ ਰਾਜ ਕਰਾਂਗੇ, ਤੇ ਮਾਰਸ਼ਲ ਲਾਅ ਦੇ ਰੂਪ ਤਰੀਕੇ ਦੇ ਨਾਲ, ਜਿਵੇਂ ਕਮਿਊਨਿਸਟ ਕੰਟਰੀਜ਼ ਦੇ ਵਿੱਚ ਹੁੰਦਾ ਵੀ ਇੱਕ ਪਾਰਟੀ ਸਿਸਟਮ, ਉਹੀ ਲਾਗੂ ਕਰਨਾ ਰਹਿ ਗਿਆ। ਹੋਰ ਤਾਂ ਕੁਝ ਰਹਿ ਨਹੀਂ ਗਿਆ ਇਸ ਦੇਸ਼ 'ਚ। ਤੁਸੀਂ ਕਹਿੰਦੇ ਕਿ ਸੰਵਿਧਾਨਕ ਹੱਕ ਹੈਗਾ ਸਾਡਾ, ਜੇ ਸੰਵਿਧਾਨਕ ਹੱਕ ਹੈਗਾ ਤੇ ਕੈਪਟਨ ਸਾਹਿਬ ਕਾਹਤੋਂ ਨਹੀਂ ਇਹ ਰੁਖ ਅਖਤਿਆਰ ਕਰਦੇ? ਜਿਵੇਂ ਤੁਸੀਂ ਕਹਿੰਦੇ ਸੁਪਰੀਮ ਕੋਰਟ ਜਾਇਆ ਜਾ ਸਕਦਾ ਹੈ। ਜੇ ਖੇਤੀਬਾੜੀ ਕਾਨੂੰਨਾਂ ਦੀ ਗੱਲ ਕਰ ਲਈਏ ਤੇ ਉਹ ਵਿਸ਼ਾ ਸੂਬਿਆਂ ਦਾ ਆ, ਉਹਦੇ ਉੱਤੇ ਥੋੜਾ ਜਿਹਾ ਸ਼ਬਦਾਂ ਦਾ ਹੇਰ ਫੇਰ ਕਰਕੇ ਕਿ ਵਣਜ ਤੇ ਵਪਾਰ ਦਾ ਜੀ ਇਹ ਕਾਨੂੰਨ ਅਸੀਂ ਬਣਾਤਾ ਹੈ ਖੇਤੀਬਾੜੀ ਨਾਲ ਸੰਬੰਧਿਤ, ਤੇ ਉਹ ਆਪਣੇ ਅਧਿਕਾਰ ਖੇਤਰ 'ਚ ਲਿਆਂਦਾ। ਹੁਣ ਜੇ ਗੱਲ ਕਰ ਲਈਏ ਤੇ ਇਹ ਜਿਹੜੀਆਂ ਆਰਥਿਕ ਘੇਰਾਬੰਦੀਆਂ ਕੀਤੀਆਂ ਜਾ ਰਹੀਆਂ ਨੇ, ਟੈਕਸ ਰੋਕੇ ਜਾ ਰਹੇ ਨੇ, ਉਹ ਸਾਰੀਆਂ ਚੀਜ਼ਾਂ ਜੇ ਨਹੀਂ ਸੁਪਰੀਮ ਕੋਰਟ ਦੇ ਵਿੱਚ ਉਠਾ ਰਹੀ, ਇਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਝੁਕਦੀ ਲਿਫਦੀ ਨਜ਼ਰ ਆ ਰਹੀ ਹੈ, ਤੁਹਾਨੂੰ ਦਬਾਅ ਹੇਠ ਨਜ਼ਰ ਆ ਰਹੀ ਹੈ, ਜਾਂ ਪਤਾ ਹੀ ਨਹੀਂ ਪੰਜਾਬ ਸਰਕਾਰ ਨੂੰ ਕਿ ਇੰਜ ਵੀ ਇਹਦਾ ਹੱਲ ਕੀਤਾ ਜਾ ਸਕਦਾ? ਦੇਖੋ, ਪੰਜਾਬ ਸਰਕਾਰ ਦਬਾਅ ਹੇਠ ਹੈ ਨਹੀਂ, ਦਬੀ ਹੋਈ ਹੈ। ਅੱਜ ਤੱਕ ਮੁੱਖ ਮੰਤਰੀ ਨੇ ਇੱਕ ਵੀ ਬਿਆਨ ਮੈਂ ਨਹੀਂ ਸੁਣਿਆ ਵੀ ਉਹਨਾਂ ਨੇ ਕੋਈ ਮੋਦੀ ਦੇ ਖਿਲਾਫ ਬਿਆਨ ਦਿੱਤਾ ਹੋਵੇ। ਹੁਣ ਤੱਕ ਰੋਜ਼ ਗਾਲਾਂ ਖੱਟਰ ਨੂੰ ਤਾਂ ਕੱਢਦੇ ਰਹੇ ਆ ਵੀ ਖੱਟਰ ਨੇ ਐ ਕਰਤਾ। ਖੱਟਰ ਦਾ ਕੀ ਕਿੱਡਾ ਕਰੋਲ ਹੈ? ਤਾਂ ਕੇਂਦਰ ਸਰਕਾਰ ਦੇ ਬਣਾਏ ਨੇ, ਮੋਦੀ ਦੇ ਖਿਲਾਫ ਅੱਜ ਤੱਕ ਕੁਝ ਨਹੀਂ ਬੋਲੇ। ਤੇ ਉਹ ਪਤਾ ਨਹੀਂ ਕੀ ਇਹਨਾਂ ਦੀ ਕਮਜ਼ੋਰੀਆਂ ਨੇ ਜਿਹੜਾ ਉਹਨਾਂ ਦੇ ਖਿਲਾਫ ਬੋਲਣ ਤੋਂ ਡਰਦੇ ਨੇ। ਤੇ ਇਹਦੇ ਕਰਕੇ ਹੀ ਨਾ ਸੁਪਰੀਮ ਕੋਰਟ 'ਚ ਗਏ ਨੇ, ਨਾ ਕੋਈ ਹੋਰ ਆਪਦੇ ਹੱਕਾਂ ਲਈ ਲੜਾਈ ਲੜੀ ਹੈ। ਚੁੱਪ ਬੈਠੀ ਹੈ, ਸਿਰਫ ਇੱਕ ਆਪਦੀ ਜ਼ਬਾਨੀ ਕਲਾਮੀ ਤਾਂ ਗੱਲਾਂ ਕਰ ਲੈਂਦੇ ਨੇ, ਅਖਬਾਰ 'ਚ ਬਿਆਨ ਦਿੱਤਾ ਜਾਂ ਕੁਝ ਹੋਰ ਹੈ, ਪਰ ਕੋਈ ਵੀ ਠੋਸ ਕਦਮ ਪੰਜਾਬ ਸਰਕਾਰ ਨੇ। ਅਸੀਂ ਤਾਂ ਮੈਂ ਵਿਧਾਨ ਸਭਾ 'ਚ ਕਿਹਾ ਸੀ ਵੀ ਜੇ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਹੱਕ ਸੁਰੱਖਿਅਤ ਕਰਨੇ ਨੇ, ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਅਸ਼ੋਰੈਂਸ ਐਕਟ ਪੰਜਾਬ ਦੇ ਵਿੱਚ ਲਿਆਓ। ਪੰਜਾਬ ਗਵਰਨਮੈਂਟ ਇਹ ਕਾਨੂੰਨ ਬਣਾ ਸਕਦੀ ਹੈ ਵੀ ਸਾਡੇ ਸੂਬੇ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਕੋਈ ਫਸਲ ਨਹੀਂ ਵਿਕ ਸਕਦੀ। ਇਹ ਸਾਡਾ ਅਧਿਕਾਰ ਖੇਤਰ ਹੈ। ਇਹਦੇ ਵਾਸਤੇ ਸਾਨੂੰ ਰਾਸ਼ਟਰਪਤੀ ਕੋਲ ਜਾਣ ਦੀ ਲੋੜ ਨਹੀਂ। ਕਿਉਂ ਨਹੀਂ ਤੁਸੀਂ ਲੈ ਕੇ ਆਉਂਦੇ? ਤੇ ਉਸ ਤੋਂ ਉਹ ਵੀ ਨਹੀਂ ਲੈ ਕੇ ਆਏ। ਪਤਾ ਨਹੀਂ ਇਹਨਾਂ ਨੂੰ, ਮੈਨੂੰ ਤਾਂ ਸਮਝਦਾ ਨਹੀਂ ਮੈਂ ਵੀ ਕੀ ਕਾਰਨ ਹੈ। ਮੈਂ ਹੁਣ ਵੀ ਅਸੈਂਬਲੀ 'ਚ ਕਿਹਾ ਸੀ ਵੀ ਤੁਸੀਂ ਉਹ ਲੈ ਕੇ ਆਓ,
ਘੱਟੋ ਘੱਟ ਕਿਸਾਨਾਂ ਦਾ ਤਾਂ ਭਵਿੱਖ ਸੁਰੱਖਿਅਤ ਕਰੋ। ਅਸੀਂ ਉਹਨਾਂ ਨੂੰ ਇਕੱਲੀ ਜਵਾਨੀ ਕਲਾਮੀ ਥੋੜ੍ਹਾ ਨਾ ਅਸੀਂ ਉਹਨਾਂ ਨਾਲ ਖੜ ਦਿਆਂਗਾ। ਅਸੀਂ ਉਹਨਾਂ ਦੇ ਵਾਸਤੇ ਕਾਨੂੰਨ ਲੈ ਕੇ ਆਈਏ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕਾਨੂੰਨ ਲੈ ਕੇ ਆਈਏ। ਕਿਉਂਕਿ ਜੇ ਕੇਰਲਾ ਕਰ ਸਕਦਾ ਤੇ ਇੱਥੇ ਪੰਜਾਬ ਦੇ ਵਿੱਚ ਉਹ ਚੀਜ਼ਾਂ ਕਾਹਤੋਂ ਨਹੀਂ ਹੋ ਸਕਦੀਆਂ। ਇੱਕ ਦੋ ਹੀ ਸਵਾਲ ਮੈਂ ਜਿਹੜੇ ਪੁੱਛਣੇ ਆ ਤੁਹਾਨੂੰ ਆਖਰੀ, ਜਦੋਂ ਤੁਸੀਂ ਕਹਿੰਦੇ ਆ ਕਿ ਵਿਧਾਨ ਸਭਾ ਦੇ ਵਿੱਚ ਤੁਸੀਂ ਪਹਿਲੂ ਰੱਖਿਆ ਸੀਗਾ, ਪੱਖ ਰੱਖਿਆ ਸੀਗਾ, ਸਰਬ ਪਾਰਟੀ ਮੀਟਿੰਗਾਂ ਵੀ ਬਹੁਤ ਸਾਰੀਆਂ ਹੋਈਆਂ ਕੈਪਟਨ ਸਾਹਿਬ ਦੇ ਨਾਲ, ਤੁਸੀਂ ਸਲਾਹ ਦਿੱਤੀ ਕੋਈ ਇਸ ਬਾਬਤ ਕਿ ਇਦਾਂ ਕੀਤਾ ਜਾ ਸਕਦਾ, ਜਾਂ ਕੈਪਟਨ ਸਾਹਿਬ ਸੁਣਦੇ ਨਹੀਂ ਆ ਕਿਸੇ ਦੀ ਸਲਾਹ? ਦੇਖੋ, ਸਾਰੀਆਂ ਸਲਾਹਾਂ ਮੀਟਿੰਗਾਂ ਦੇ ਵਿੱਚ ਦਿੱਤੀਆਂ, ਪਹਿਲੀ ਮੀਟਿੰਗ 'ਚ ਵੀ ਦਿੱਤੀਆਂ ਜੀ, ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਦਿੱਤੀਆਂ। ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਸੀ ਵੀ ਮੈਂ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਕੋਲ ਟਾਈਮ ਲਵਾਂਗੇ ਜਾਂ ਉੱਥੇ ਐਗਰੀਕਲਚਰ ਮਿਨਿਸਟਰ ਤੋਂ ਟਾਈਮ ਲੈ ਕੇ ਮਿਲ ਕੇ ਆਪਦੀ ਗੱਲ ਰੱਖਾਂਗੇ। ਉਦੋਂ ਇਹ ਕਾਨੂੰਨ ਪਾਰਲੀਮੈਂਟ 'ਚੋਂ ਪਾਸ ਨਹੀਂ ਸੀ ਹੋਇਆ, ਸਿਰਫ ਹਜੇ ਉਹ ਆਰਡੀਨੈਂਸ ਹੀ ਬਣਿਆ ਸੀ। ਪਰ ਹੈਰਾਨੀ ਦੀ ਗੱਲ ਹੈ, ਉਸ ਤੋਂ ਬਾਅਦ ਨਾ ਤਾਂ ਕਿਸੇ ਨੂੰ ਲੈ ਕੇ ਗਏ, ਨਾ ਉਹਨਾਂ ਨੂੰ ਕੋਈ ਮੀਟਿੰਗ ਮੰਗੀ, ਨਾ ਕੋਈ ਗੱਲ ਰੱਖੀ। ਤੇ ਜੇ ਕਿਤੇ ਸਮੇਂ ਸਿਰ ਹੀ ਕੋਈ ਕਦਮ ਚੱਕੇ ਹੁੰਦੇ, ਸ਼ਾਇਦ ਕੁਛ ਨਾ ਕੁਛ, ਜੇ ਚਾਹੇ ਬੀਬਾ ਹਰਸਿਮਰਤ ਕੌਰ ਬਾਦਲ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਨੇ, ਜੇ ਉਹਨਾਂ ਨੇ ਜਦ ਉਹਨਾਂ ਕੋਲ ਅਧਿਕਾਰ ਸੀ, ਜਦ ਉਹਨਾਂ ਦੇ ਪਾਲੇ 'ਚ ਗੱਲ ਸੀਗੀ, ਉਦੋਂ ਤਾਂ ਉਹਨਾਂ ਨੇ ਕੁਛ ਕੀਤਾ ਨਹੀਂ। ਹੁਣ ਜਦ ਸਮਾਂ ਲੰਘ ਗਿਆ, ਹੁਣ ਰੌਲਾ ਪਾਉਣ ਦਾ ਕੀ ਫਾਇਦਾ ਹੈਗਾ? ਸੋ ਇਹ ਸਿਰਫ ਦਿਖਾਵੇ ਵਾਸਤੇ ਹੀ ਹੈ ਸਾਰਾ ਕੁਝ, ਜੋ ਮੈਨੂੰ ਮਹਿਸੂਸ ਹੋ ਰਿਹਾ। ਜੀ, ਬਹੁਤ ਬਹੁਤ ਸ਼ੁਕਰੀਆ ਢੀਂਡਸਾ ਸਾਹਿਬ। ਸੋ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਕਹਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਸਿਰਫ ਦਿਖਾਵੇ ਲਈ ਕੀਤੀਆਂ ਜਾ ਰਹੀਆਂ ਨੇ। ਜਦੋਂ ਸਮਾਂ ਹੁੰਦਾ, ਜਦੋਂ ਗੇਂਦ ਤੁਹਾਡੇ ਪਾਲੇ 'ਚ ਹੁੰਦੀ ਹੈ, ਜੇ ਉਦੋਂ ਹੀ ਠੀਕ ਸਟ੍ਰੋਕ ਮਾਰਿਆ ਜਾਵੇ, ਠੀਕ ਤਰੀਕੇ ਨਾਲ ਉਹਨੂੰ ਖੇਡਿਆ ਜਾਵੇ, ਤੇ ਕੋਈ ਸ਼ੱਕ ਨਹੀਂ ਤੁਹਾਡੀ ਜਿੱਤ ਹੋ ਸਕਦੀ ਆ। ਪਰ ਮਸਲੇ ਬਹੁਤ ਸਾਰੇ ਆ, ਸਾਰੇ ਮਸਲੇ ਤਕਰੀਬਨ ਅਜੇ ਤੱਕ ਉਲਝੇ ਨਜ਼ਰ ਆ ਰਹੇ ਆ। ਉਮੀਦ ਇਸ ਅੰਦੋਲਨ ਤੋਂ ਰੱਖੀ ਜਾ ਰਹੀ ਹੈ ਕਿ ਲੰਬਾ ਹੋਏਗਾ, ਲੋਕ ਜਾਗਣਗੇ, ਸਿਆਸੀ ਪਾਰਟੀਆਂ ਨੂੰ ਜਿਹੜਾ ਉਹ ਥੋੜਾ ਜਿਹਾ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਸਿਆਸਤ ਲੋਕਾਂ ਲਈ ਕਰਨੀ ਚਾਹੀਦੀ ਹੈ, ਲੋਕਾਂ ਦੇ ਹਿੱਤਾਂ ਲਈ ਕਰਨੀ ਚਾਹੀਦੀ ਹੈ, ਨਾ ਕਿ ਸਿਰਫ ਕੁਰਸੀਆਂ ਲਈ ਜਾਂ ਫਿਰ ਅਹੁਦਿਆਂ ਲਈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਬੰਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।